ਜਮਾਤ 12ਵੀਂ ਵਿਸ਼ਾ ਪੰਜਾਬੀ ਦੀ ਕਹਾਣੀ ਅਸੀਂ ਕਰ ਰਹੇ ਹਾਂ ਆਪਣਾ ਆਪਣਾ ਹਿੱਸਾ। ਆਪਣਾ ਆਪਣਾ ਹਿੱਸਾ ਵਰਿਆਮ ਸਿੰਘ ਸੰਧੂ ਦੀ ਲਿਖੀ ਹੋਈ ਇੱਕ ਕਹਾਣੀ ਹੈ। ਸੰਧੂ ਜੀ ਨੇ ਪੰਜਾਬੀ ਵਿੱਚ ਪਹਿਲੀ ਵਾਰ ਲੰਬੀ ਹੁਨਰੀ ਕਹਾਣੀ ਦੀ ਧਿਰਤ ਪਾਈ। ਆਪ ਦੀ ਪੁਸਤਕ ਚੌਥੀ ਕੁੱਟ ਨੂੰ ਸਾਹਿਤ ਅਕਾਦਮੀ ਦਿੱਲੀ ਵੱਲੋਂ ਪੁਰਸਕਾਰ ਵੀ ਮਿਲਿਆ। ਇਸ ਕਹਾਣੀ ਦੇ ਦੁਆਰਾ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਜੋ ਬੱਚੇ ਹਨ ਮਾਪਿਆਂ ਦੇ ਸਮਾਨ ਨੂੰ ਆਪਸ ਵਿੱਚ ਵੰਡ ਲੈਂਦੇ ਹਨ। ਇੱਥੋਂ ਤੱਕ ਕਿ ਘਰ-ਬਾਰ ਅਤੇ ਜ਼ਮੀਨ ਜਾਇਦਾਦ ਨੂੰ ਤਾਂ ਵੰਡਦੇ ਹੀ ਹਨ, ਪਰ ਇਸ ਕਹਾਣੀ ਵਿੱਚ ਦੱਸਿਆ ਗਿਆ ਹੈ ਕਿ ਇੱਕ ਮ੍ਰਿਤ ਹੋਣ ਦੇ ਬਾਵਜੂਦ ਵੀ ਅਗਰ ਇੱਕ ਪੁੱਤਰ ਇਹ ਗੱਲ ਕਹਿ ਰਿਹਾ ਕਿ ਉਸ ਕੋਲ ਪੈਸਿਆਂ ਦਾ ਇੰਤਜ਼ਾਮ ਨਹੀਂ ਹੋ ਪਾਏਗਾ ਤਾਂ ਉਹ ਇੰਨੀ ਵੱਡੀ ਗੱਲ ਕਹਿ ਦਿੰਦਾ ਕਿ ਉਸਦੇ ਹਿੱਸੇ ਦੇ ਫੁੱਲ ਛੱਡ ਦਿਓ, ਮੇਰੇ ਕੋਲ ਜਦ ਪੈਸਾ ਆ ਗਿਆ ਤਾਂ ਮੈਂ ਵੀ ਇਹਨਾਂ ਨੂੰ ਗੰਗਾ ਵਿੱਚ ਤਾਰ ਆਵਾਂਗਾ। ਇਸ ਨਾਲ ਸੰਬੰਧਿਤ ਇੱਕ ਕਹਾਣੀ ਹੈ। ਸਵਰਨ ਸਿੰਘ, ਕਰਮ ਸਿੰਘ ਅਤੇ ਕੁੱਦੂ ਧਰਮਾ ਯਾਨੀ ਕਿ ਧਰਮਾ ਤਿੰਨ ਭਰਾ ਹਨ। ਇੱਕ ਉਹਨਾਂ ਦੀ ਸਭ ਤੋਂ ਛੋਟੀ ਭੈਣ ਬਚਨੋ ਸੀ ਜੋ ਵਿਆਹੀ ਹੋਈ ਸੀ। ਸਵਰਨ ਸਭ ਤੋਂ ਵੱਡਾ ਸੀ, ਪੜ੍ਹ ਲਿਖ ਕੇ ਓਵਰਸੀਅਰ ਬਣ ਗਿਆ। ਉਸ ਦਾ ਕਮਾਈ ਚੰਗੀ ਸੀ, ਉਸਦੀ ਸ਼ਹਿਰ ਵਿੱਚ ਕੋਠੀ ਪਾ ਕੇ ਰਹਿਣ ਲੱਗ ਪਿਆ। ਵੱਡੇ ਲੋਕਾਂ ਨਾਲ ਰਹਿਣਾ ਬਹਿਣਾ ਸੀ, ਚੰਗੇ ਸੰਪਰਕ ਸੀ, ਪਿੰਡ ਆਉਣਾ ਜਾਣਾ ਘੱਟ ਹੀ ਸੀ ਉਸਦਾ। ਪਿੰਡ ਦੀ ਜ਼ਮੀਨ ਛੋਟਾ ਭਰਾ ਕੁੱਦੂ ਵਾਹੁੰਦਾ ਸੀ। ਸਵਰਨ ਸਿੰਘ ਹਮੇਸ਼ਾ ਸਾਲ ਭਰ ਦੇ ਖਾਣ ਲਈ ਦਾਣੇ ਉਸ ਤੋਂ ਲੈ ਜਾਂਦਾ ਸੀ। ਕਰਮ ਸਿੰਘ ਕੁੱਦੂ ਤੋਂ 2 ਸਾਲ ਵੱਡਾ ਸੀ। ਕੁੱਦੂ ਅਤੇ ਉਹ ਦੋਵੇਂ ਹੀ ਪੜ੍ਹਾਈ ਵਿੱਚ ਛੱਡ ਕੇ ਘਰ ਦੇ ਕੰਮ ਵਿੱਚ ਬਾਪੂ ਦੀ ਮਦਦ ਕਰਨ ਲੱਗ ਪਏ। ਜਵਾਨੀ ਚੜ੍ਹਦੇ ਹੀ ਕਰਮਾ ਪਾਂਡੀ ਬਣ ਕੇ ਸਮਗਲਿੰਗ ਦਾ ਮਾਲ ਢੋਣ ਲੱਗ ਪਿਆ। ਹੌਲੀ ਹੌਲੀ ਬਲੇਕ ਦੇ ਮਾਲ ਵਿੱਚ ਆਪਣਾ ਹਿੱਸਾ ਪੱਤੀ ਰੱਖ ਕੇ ਪੈਸੇ ਵਾਲਾ ਹੋ ਗਿਆ ਅਤੇ ਲਾਗਲੇ ਕਸਬੇ ਦੇ ਚੌਕ ਵਿੱਚ ਆਪਣਾ ਮਕਾਨ ਬਣਾ ਕੇ ਠਾਠ ਨਾਲ ਰਹਿਣ ਲੱਗ ਪਿਆ। ਤਿੰਨੇ ਭਰਾਵਾਂ ਦਾ ਬਾਪ ਵਿਸ਼ਨ ਸਿੰਘ ਅਜੇ ਜਿਉਂਦਾ ਸੀ, ਪਰ ਕੁਝ ਦਿਨ ਪਹਿਲਾਂ ਉਹਨਾਂ ਦੀ ਮਾਂ ਮਰ ਗਈ ਸੀ। 2 ਮਹੀਨੇ ਪਹਿਲਾਂ ਉਸ ਦਾ ਪਾਸਾ ਮਾਰਿਆ ਗਿਆ ਸੀ। ਉਸ ਦਾ ਹਾਲ ਚਾਲ ਪਤਾ ਕਰਨ ਆਇਆ ਸਵਰਨ ਸਿੰਘ ਉਸ ਨੂੰ ਇਲਾਜ ਲਈ ਆਪਣੇ ਨਾਲ ਸ਼ਹਿਰ ਲੈ ਗਿਆ, ਜਿੱਥੇ ਉਹ ਮਰ ਗਈ। ਕੁੱਦੂ ਮੱਝ ਚੋਣ ਲੱਗਾ ਸੀ। ਉਸ ਦੀ ਭੈਣ ਬਚਨੋ, ਜਿਹੜੀ ਕਿ ਮਾਂ ਦੇ ਮਰਨ ਕਾਰਨ ਸਹੁਰਿਆਂ ਤੋਂ ਆਈ ਹੋਈ ਸੀ, ਉਸਨੇ ਕਿਹਾ ਕਿ ਦੋਵੇਂ ਵੱਡੇ ਭਰਾ ਆਉਣ ਵਾਲੇ ਹਨ, ਉਹ ਉਹਨਾਂ ਨਾਲ ਆਪਣਾ ਹਿਸਾਬ ਕਿਤਾਬ ਨਿਬੇੜ ਲਵੇ, ਕਿਉਂਕਿ ਮਾਂ ਦਾ ਇਕੱਠ ਵੀ ਕਰਨਾ ਹੈ ਅਤੇ ਫੁੱਲ ਵੀ ਹਰਿਦੁਆਰ ਲੈ ਕੇ ਜਾਣੇ ਹਨ। ਉਹ ਕੁੱਦੂ ਨੂੰ ਸੁਣਾ ਰਹੀ ਸੀ ਕਿ ਉਹ ਜਾਣਦੀ ਸੀ ਕਿ ਉਸ ਦਾ ਭਰਾ ਕੀ ਕਹਿੰਦੇ ਹਨ। ਉਹਨਾਂ ਦੀ ਜ਼ਮੀਨ ਕੁੱਦੂ ਮੁਫਤ ਵਾਹੀ ਜਾਂਦਾ ਹੈ ਅਤੇ ਨਾਲ ਹੀ ਉਹ ਸਾਰੇ ਜਹਾਨ ਦੀਆਂ ਭੈਣਾਂ ਆਪਣਾ ਹਿੱਸਾ ਲੈ ਜਾਂਦੀਆਂ ਹਨ, ਪਰ ਉਸਨੇ ਕਦੇ ਅਜਿਹਾ ਨਹੀਂ ਕੀਤਾ। ਇੰਨੇ ਨੂੰ ਸਵਰਨ ਸਿੰਘ ਅਤੇ ਕਰਮ ਸਿੰਘ ਮੋਟਰਸਾਈਕਲ 'ਤੇ ਆ ਗਏ। ਕੁੱਦੂ ਦੋਹਾਂ ਭਰਾਵਾਂ ਨਾਲ ਗੱਲ ਕਰਦਾ ਕੀਤੀ ਜਾਣ ਵਾਲੀ ਗੱਲਬਾਤ ਬਾਰੇ ਸੋਚ ਰਿਹਾ ਸੀ। ਉਸਨੇ ਵੱਡਾ ਭਰਾ ਉੱਤੇ ਗੁੱਸਾ ਸੀ ਕਿ ਉਹ ਅੰਗਾਂ ਸਾਕਾਂ ਵਿੱਚ ਉਸਦੇ ਯਤੀਮ ਦੇਹ ਬਣਾ ਕੇ ਉਸਨੂੰ ਯਤੀਮ ਬਣਾ ਕੇ ਪੇਸ਼ ਕਰਦਾ ਹੈ, ਜਿਵੇਂ ਕਿ ਉਸਦਾ ਕੋਈ ਹੁੰਦਾ ਹੀ ਨਹੀਂ। ਦਾਣੇ ਲਿਜਾ ਕੇ ਵੀ ਇੰਜ ਕਰਦਾ ਹੈ ਜਿਵੇਂ ਜ਼ਮੀਨ ਉਸਨੇ ਉਸਨੂੰ ਦਾਨ ਵਿੱਚ ਦੇ ਦਿੱਤੀ। ਕਰਮ ਸਿੰਘ ਬਰਾਬਰ ਦਾ ਹਿੱਸਾ ਲਿਜਾ ਕੇ ਵੀ ਕਹਿੰਦਾ ਹੈ ਕਿ ਕੁੱਦੂ ਦੇ ਹੱਥਾਂ ਵਿੱਚ ਬਰਕਤ ਹੀ ਨਹੀਂ। ਉਹ ਮਾਂ ਦੇ ਫੁੱਲ ਚੁਗਦਿਆਂ ਕੁੱਦੂ ਨੂੰ ਸੁਣਾ ਕੇ ਆਪਣੇ ਭਣਵੱਈਏ ਨੂੰ ਕਹਿ ਰਿਹਾ ਸੀ ਕਿ ਐਤਕੀ ਉਹ ਜ਼ਮੀਨ ਆਪ ਵਾਹੁਣੀ ਚਾਹੁੰਦਾ ਹੈ। ਕੁੱਦੂ ਨੇ ਜ਼ਮੀਨ ਹੱਥੋਂ ਨਿਕਲਣ ਦਾ ਫਿਕਰ ਉਸਨੂੰ ਖਾ ਰਿਹਾ ਸੀ। ਉਸਨੂੰ ਪਿਓ, ਭਣਵੱਈਏ ਅਤੇ ਭੈਣ ਕਿਸੇ ਤੋਂ ਵੀ ਇਸ ਤਰ੍ਹਾਂ ਦੀ ਆਸ ਨਹੀਂ ਸੀ ਕਿ ਉਸ ਦੇ ਹੱਕ ਵੱਲ ਕੋਈ ਬੋਲੇਗਾ। ਬੁੱਢਾ ਵਿਸ਼ਨ ਸਿੰਘ ਉਸ ਦੀਆਂ ਔਖਾਈਆਂ ਨੂੰ ਸਮਝਦਾ ਸੀ, ਪਰ ਉਹ ਇੰਨਾ ਨਿਰਮਾਨ ਅਤੇ ਦਾਬੂ ਜੱਟ ਸੀ ਕਿ ਕੋਈ ਗੱਲ ਉਭਾਰ ਕੇ ਉਹਨਾਂ ਨੂੰ ਨਹੀਂ ਕਹਿ ਸਕਦਾ ਸੀ। ਕਰਮ ਸਿੰਘ ਦੇ ਆਵਾਜ਼ ਮਾਰਨ 'ਤੇ ਕੁੱਗੂ ਆ ਗਿਆ ਅਤੇ ਬਚਨੋ ਵੀ ਮੰਜੇ ਉੱਪਰ ਬੈਠੀ। ਕਰਮ ਸਿੰਘ ਨੇ ਆਪਣੇ ਹੱਥ ਆਪ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਮਾਂ ਦਾ ਇਕੱਠ ਗੱਜ ਵੱਜ ਕੇ ਕਰਨਾ ਚਾਹੁੰਦਾ ਹੈ। ਸਵਰਨ ਸਿੰਘ ਨੇ ਇਸ ਨੂੰ ਫਜ਼ੂਲ ਖਰਚੀ ਕਿਹਾ, ਪਰ ਬਚਨੋ ਨੇ ਕਿਹਾ ਕਿ ਜੇਕਰ ਉਹ ਇਕੱਠ ਨਹੀਂ ਕਰਨਗੇ ਤਾਂ ਭਾਈਚਾਰੇ ਅਤੇ ਉਸਦੇ ਸਹੁਰੇ ਉਸ ਨੂੰ ਮਿਹਣੇ ਦੇਣਗੇ। ਕੁੱਦੂ ਦਾ ਦਿਲ ਕਰਦਾ ਸੀ ਕਿ ਬਚਨੋ ਦੇ ਵੱਟ ਕੇ ਚਪੇੜ ਮਾਰੇ। ਇੰਨੇ ਸਮੇਂ ਸਵਰਨ ਸਿੰਘ ਨੇ ਆਪਣਾ ਹਿੱਸਾ ਦੇਣ ਦੀ ਹਾਮੀ ਭਰ ਦਿੱਤੀ। ਕਰਮ ਸਿੰਘ ਨੇ ਕਿਹਾ ਕਿ 5-7 ਹਜ਼ਾਰ ਸਹਿਜੇ ਹੀ ਲੱਗ ਜਾਣਗੇ। ਨਾਲੇ ਸਵਰਨ ਸਿੰਘ ਕਹਿੰਦਾ ਹੈ ਕਿ ਉਸ ਦਾ 2700 ਰੁਪਇਆ ਮਾਂ ਦੀ ਬਿਮਾਰੀ ਉੱਪਰ ਲੱਗਾ ਸੀ, ਜਿਨ੍ਹਾਂ ਵਿੱਚ ਕਿ 3 ਹਿੱਸੇ ਕਰਨੇ ਅਜੇ ਬਾਕੀ ਹਨ ਅਤੇ ਤਿੰਨਾਂ ਨੂੰ 900 ਰੁਪਇਆ ਆਉਂਦਾ ਹੈ। ਵਿਸ਼ਨ ਸਿੰਘ ਕਹਿਣ ਲੱਗਾ ਕਿ ਕੁੱਦੂ ਨੇ ਮਾਂ ਨੂੰ ਸਾਰੀ ਉਮਰ ਰੋਟੀ ਦਿੱਤੀ ਹੈ, ਜਿਸ ਕਰ ਜੇਕਰ ਸਵਰਨ ਸਿੰਘ ਨੇ ਖਰਚ ਕਰ ਦਿੱਤਾ ਤਾਂ ਕੋਈ ਗੱਲ ਨਹੀਂ। ਇਸ ਸਮੇਂ ਬਚਨੋ ਬੋਲ ਪਈ ਕਿ ਜੇਕਰ ਕੁੱਦੂ ਨੇ ਮਾਂ ਨੂੰ ਰੋਟੀ ਖਵਾਈ ਹੈ ਤਾਂ ਉਸਨੇ ਸਾਰੀ ਉਮਰ ਉਸਦਾ ਗਲਮ ਕੀਤਾ ਹੈ। ਕੁੱਦੂ ਨੇ ਬਚਨੋ ਨੂੰ ਜ਼ਰਾ ਡਾਂਟਿਆ ਅਤੇ ਉਸਦੀ ਜਾਇਦਾਦ ਵਿੱਚੋਂ ਹਿੱਸਾ
ਰੱਖਣ ਦੀ ਉਸਨੇ ਮੰਗ ਰੱਖ ਦਿੱਤੀ। ਫਿਰ ਕਰਮ ਸਿੰਘ ਨੇ ਘੁੱਦੂ ਨੂੰ ਪੁੱਛਿਆ ਕਿ ਬੁੱਢੜੀ ਦੇ ਫੁੱਲ ਗੰਗਾ ਉਹ ਪਾ ਕੇ ਆਵੇਗਾ ਜਾਂ ਉਹ ਵੀ ਘੁੱਦੂ ਪਾਵੇਗਾ। ਘੁੱਦੂ ਨੇ ਕਿਹਾ, ਅਜੇ ਉਸ ਕੋਲ ਗੰਗਾ ਗੁੰਗਾ ਨਹੀਂ ਪੁੱਗਦੀ। ਜੇਕਰ ਬਹੁਤੀ ਗੱਲ ਹੈ ਤਾਂ ਬੁੱਢੜੀ ਦੇ ਫੁੱਲ ਗੰਗਾ ਉਹ ਪਾ ਆਵੇ ਅਤੇ ਬੁੱਢੜੇ ਦੇ ਉਹ ਪਾ ਆਵੇਗਾ। ਉਸ ਵਿੱਚ ਅਜੇ ਪੁੱਜਤ ਨਹੀਂ। ਜੇ ਉਹਨਾਂ ਨੂੰ ਇਹ ਸੌਦਾ ਮਨਜ਼ੂਰ ਨਹੀਂ ਤਾਂ ਉਹ ਉਸਦੇ ਤੀਜੇ ਹਿੱਸੇ ਦੇ ਫੁੱਲ ਲਿਆ ਕੇ ਉਹ ਕਿੱਲੀ ਉੱਤੇ ਟੰਗ ਦੇਣ। ਜਦੋਂ ਉਸਦਾ ਹੱਥ ਫੁਰੇਗਾ, ਉਸ ਵਿੱਚ ਹਿੰਮਤ ਹੋਏਗੀ ਤਾਂ ਉਹ ਆਪਣੇ ਆਪ ਹੀ ਪਾ ਆਵੇਗਾ। ਇਹ ਕਹਿ ਕੇ ਉਹ ਅੰਦਰ ਚਲਾ ਗਿਆ। ਯਾਨੀ ਕਿ ਆਪਣਾ ਆਪਣਾ ਹਿੱਸਾ ਸਭ ਨੇ ਵੰਡ ਲਿਆ, ਇੱਥੋਂ ਤੱਕ ਕਿ ਮਾਂ ਦੇ ਫੁੱਲ ਵੀ ਉਹਨਾਂ ਨੇ ਆਪਸ ਵਿੱਚ ਵੰਡਣ ਦੀ ਗੱਲ ਕਰ ਲਈ। ਇਸ ਦਾ ਵਿਸ਼ਾ ਵਸਤੂ ਜੋ ਕਿ ਅਸੀਂ ਪੜ੍ਹਿਆ ਹੈ, ਇੱਕ ਸਮੱਸਿਆ ਨਾਲ ਭਰਿਆ ਹੋਇਆ, ਜੋ ਕਿ ਅੱਜ ਦੇ ਸਮੇਂ ਵਿੱਚ ਵੀ ਹਰ ਘਰ ਵਿੱਚ ਦੇਖਣ ਨੂੰ ਇਹ ਸਮੱਸਿਆ ਮਿਲ ਸਕਦੀ ਹੈ ਕਿ ਕਿਸ ਤਰ੍ਹਾਂ ਜ਼ਮੀਨਾਂ ਜਾਇਦਾਦਾਂ ਦੇ ਨਾਲ ਮਾਂ ਪਿਓ ਨੂੰ ਵੀ ਵੰਡ ਦਿੱਤਾ ਜਾਂਦਾ ਹੈ। ਸਿਰਲੇਖ, ਕੀ ਇਸ ਕਹਾਣੀ ਦਾ ਸਿਰਲੇਖ ਢੁਕਵਾਂ ਹੈ ਜਾਂ ਨਹੀਂ? ਇਸ ਦਾ ਸਿਰਲੇਖ ਬਿਲਕੁਲ ਢੁਕਵਾਂ ਹੈ, ਕਿਉਂਕਿ ਇਸ ਵਿੱਚ ਆਪਣੇ ਆਪਣੇ ਹਿੱਸੇ ਦੀ ਹੀ ਗੱਲ ਹੋਈ ਹੈ ਅਤੇ ਹਰ ਕੋਈ ਆਪਣੇ ਆਪ ਨੂੰ ਤੰਗ ਦਿਖਾ ਰਿਹਾ ਹੈ। ਜਦ ਕਿ ਪੈਸੇ ਵਜੋਂ ਸਵਰਨ ਸਿੰਘ ਅਤੇ ਕਰਮ ਸਿੰਘ ਚੰਗੇ ਸਨ, ਕਿਉਂਕਿ ਸਵਰਨ ਸਿੰਘ ਪੜ੍ਹ ਲਿਖ ਕੇ ਚੰਗੇ ਸ਼ਹਿਰ ਵਿੱਚ ਰਹਿ ਰਿਹਾ, ਚੰਗੀ ਕੋਠੀ ਪਾ ਕੇ ਰਹਿ ਰਿਹਾ, ਅਤੇ ਕਰਮ ਸਿੰਘ ਸਮਗਲਿੰਗ ਦੇ ਪੈਸੇ ਵਿੱਚੋਂ ਚੰਗਾ ਰੁਪਈਆ ਕਮਾ ਕੇ ਚੰਗੀ ਘਰ ਦੇ ਵਿੱਚ ਠਾਠ ਬਾਠ ਨਾਲ ਰਹਿ ਰਿਹਾ ਹੈ। ਅਤੇ ਘੁੱਦੂ ਜੋ ਕਿ ਖੇਤੀ ਵੀ ਸਾਂਭ ਰਿਹਾ ਹੈ ਅਤੇ ਬਦਲੇ ਦੋਨੇ ਭਰਾਵਾਂ ਨੂੰ ਖਾਣ ਲਈ ਦਾਣੇ ਵੀ ਦੇ ਰਿਹਾ ਹੈ, ਪਰ ਉਹ ਉਸ ਲਈ ਉਹਦੇ ਉੱਪਰ ਵੀ ਅਹਿਸਾਨ ਕਰਦੇ ਹਨ ਕਿ ਸਾਨੂੰ ਕੋਈ ਫਰੀ ਨਹੀਂ ਦੇ ਰਿਹਾ, ਬਲਕਿ ਉਸਦੇ ਹੱਥ ਵਿੱਚ ਬਰਕਤ ਨਹੀਂ ਹੈ। ਇਸ ਪ੍ਰਕਾਰ ਇਹ ਕਹਾਣੀ ਵਿੱਚ ਅਸੀਂ ਭਰਾਵਾਂ ਨੂੰ ਸਮੇਤ ਭੈਣ ਦੀ ਜਾਇਦਾਦ ਅਤੇ ਮਾਂ ਪਿਓ ਸੰਬੰਧੀ ਫਰਜ਼ਾਂ ਵਿੱਚ ਆਪਣੇ ਆਪਣੇ ਹਿੱਸੇ ਦੀ ਗੱਲ ਕਰਦੇ ਦੇਖਦੇ ਹਾਂ, ਜਿਸ ਵਿੱਚ ਆਰਥਿਕ ਆਧਾਰਾਂ 'ਤੇ ਉੱਚੀ ਕਦਰੀ ਕੀਮਤਾਂ ਦੀ ਖੁਰੀਆਂ ਦਿਸਦੀਆਂ ਹਨ। ਇਸ ਆਧਾਰ 'ਤੇ ਰੱਖਿਆ ਕਹਾਣੀ ਦਾ ਸਿਰਲੇਖ ਬਿਲਕੁਲ ਢੁਕਵਾਂ ਅਤੇ ਫਬਵਾਂ ਵੀ ਹੈ। ਇਸ ਦੀ ਸੁਰ ਵਿਅੰਗਾਤਮਕ ਹੈ, ਜੋ ਕਿ ਵਿਅੰਗ ਕੱਸਿਆ ਗਿਆ ਹੈ। ਚਰਿੱਤਰ ਚਿਤਰਣ ਪਾਤਰ ਘੁੱਗੂ ਦਾ, ਜੋ ਕਿ ਆਰਥਿਕ ਤੰਗੀਆਂ ਨਾਲ ਘਿਰਿਆ ਹੋਇਆ ਹੈ, ਖੇਤੀ ਕਰ ਰਿਹਾ ਹੈ ਅਤੇ ਦੋਵੇਂ ਭਰਾਵਾਂ ਨੂੰ ਖਾਣ ਲਈ ਦਾਣੇ ਵੀ ਉਹਨਾਂ ਦੀ ਜ਼ਮੀਨ ਵਿੱਚੋਂ ਉਹਨਾਂ ਨੂੰ ਹੀ ਦੇ ਰਿਹਾ ਹੈ। ਕਹਾਣੀ ਦੇ ਅੰਤ ਵਿੱਚ ਉਸ ਦੀ ਇਹੋ ਜਿਹੀ ਹਾਲਤ ਹੋ ਜਾਂਦੀ ਕਿ ਭਿਆਨਕ ਰੂਪ ਵੀ ਉਸਦਾ ਸਾਹਮਣੇ ਆਉਂਦਾ ਹੈ ਕਿ ਘਰ ਦੇ ਖਰਚਿਆਂ ਨੂੰ ਲੈ ਕੇ ਮਾਂ ਉੱਪਰ ਜੋ ਖਰਚ ਹੋਣਾ ਹੈ, ਇਹ ਖਰਚ ਦੀ ਪਰੰਪਰਾ ਹੈ, ਤਾਂ ਉਸ ਵਿੱਚ ਵੀ ਉਹ ਆਪਣਾ ਹੱਥ ਦਿਖਾਉਂਦਾ ਕਿ ਕਿਸ ਤਰ੍ਹਾਂ ਉਹ ਤੰਗ ਹਾਲਤ ਵਿੱਚ ਹੈ ਅਤੇ ਉਸ ਕੋਲ ਅਜੇ ਇੰਨਾ ਵੀ ਨਹੀਂ ਪੁੱਗਦਾ ਕਿ ਉਹ ਮਾਂ ਦੇ ਫੁੱਲ ਵੀ ਪਾ ਆਵੇ, ਬਲਕਿ ਇਹ ਗੱਲ ਕਹਿ ਦਿੰਦਾ ਹੈ ਕਿ ਮਾਂ ਦੇ ਫੁੱਲ ਤੁਸੀਂ ਪਾ ਆਓ ਅਤੇ ਪਿਓ ਦੇ ਫੁੱਲ ਮੈਂ ਪਾ ਦੇਵਾਂਗਾ। ਜੇਕਰ ਇਹ ਵੀ ਸੌਦਾ ਮਨਜ਼ੂਰ ਨਹੀਂ ਤਾਂ ਮੇਰੇ ਹਿੱਸੇ ਦੇ ਫੁੱਲ ਕਿੱਲੀ ਉੱਤੇ ਟੰਗ ਦਿਓ। ਬੇਇੱਜ਼ਤੀ ਅਤੇ ਜ਼ਿਲਤ ਦਾ ਸ਼ਿਕਾਰ, ਕਿਉਂਕਿ ਇੱਕ ਮਿਹਨਤੀ ਕਿਸਾਨ ਹੈ, ਪਰੰਤੂ ਉਸਦੇ ਵੱਡੇ ਭਰਾ ਉਸ ਦੀ ਕੋਈ ਇੱਜ਼ਤ ਨਹੀਂ ਕਰਦੇ, ਉਸਨੂੰ ਖੇਤੀ ਵਾਲਾ ਹੀ ਸਮਝਦੇ ਹਨ ਅਤੇ ਜ਼ਿਆਦਾ ਉਸ ਨੂੰ ਇੱਜ਼ਤ ਨਹੀਂ ਦਿੰਦੇ, ਬੇਇੱਜ਼ਤੀ ਕਰਦੇ ਰਹਿੰਦੇ ਹਨ ਅਤੇ ਉਸ ਨੂੰ ਵਾਰ-ਵਾਰ ਜ਼ਿਲਤ ਦਾ ਸ਼ਿਕਾਰ ਹੋਣਾ ਪੈਂਦਾ ਸੀ ਅਤੇ ਇਹ ਗੁੱਸਾ ਉਸ 'ਤੇ ਇੱਕ ਵਾਰ ਫੁੱਟ ਵੀ ਪੈਂਦਾ ਹੈ। ਭਰਾਵਾਂ ਅਤੇ ਭੈਣ ਦੇ ਵਤੀਰੇ ਤੋਂ ਖਿਝਿਆ ਹੋਇਆ, ਕਿਉਂਕਿ ਉਸ ਨੂੰ ਵਾਰ-ਵਾਰ ਨੀਚਾ ਹੀ ਦਿਖਾਇਆ ਜਾ ਰਿਹਾ ਹੈ। ਜਦੋਂ ਆਪਣੀ ਭੈਣ ਨੂੰ ਉਹ ਇਸ ਗੱਲ ਲਈ ਡਾਂਟਦਾ ਹੈ ਤਾਂ ਬਲਕਿ ਉਹ ਉਸ ਤੋਂ ਵੀ ਹਿੱਸਾ ਮੰਗਣ ਲੱਗ ਪੈਂਦੀ ਕਿ ਮੈਨੂੰ ਮੇਰੀ ਜ਼ਮੀਨ ਦਾ ਹਿੱਸਾ ਦੇ ਦਿਓ। ਲੋਕਾਂ ਦੀ ਭੈਣਾਂ ਹਿੱਸਾ ਲੈਂਦੀਆਂ ਹਨ, ਪਰ ਮੈਂ ਤਾਂ ਹਿੱਸਾ ਮੰਗ ਵੀ ਨਹੀਂ ਰਹੀ, ਬਲਕਿ ਉਹ ਇਸ ਗੱਲ ਨੂੰ ਵੀ ਸੁਣਾ ਦਿੰਦੀ ਹੈ। ਰਿਸ਼ਤਿਆਂ ਦੀ ਕਦਰ ਕੀਮਤਾਂ ਦਾ ਕਾਤਿਲ, ਘੁੱਦੂ ਵੀ ਆਪਣੇ ਭਰਾਵਾਂ ਵਾਂਗ ਰਿਸ਼ਤਿਆਂ ਦੀਆਂ ਕਦਰਾਂ ਕੀਮਤਾਂ ਤੋਂ ਤਿਲਾਂਜਲੀ ਦੇ ਚੁੱਕਾ ਹੈ। ਉਹ ਜਿਉਂਦੇ ਪਿਓ ਦੇ ਸਾਹਮਣੇ ਉਸਦੇ ਫੁੱਲਾਂ ਨੂੰ ਗੰਗਾ ਤਾਰਨ ਦੀ ਗੱਲ ਕਰ ਰਿਹਾ ਹੈ, ਕਿਉਂਕਿ ਉਸਦੇ ਭੈਣ ਭਰਾਵਾਂ ਨੇ ਉਸਨੂੰ ਸਤਾਇਆ ਹੋਇਆ ਸੀ, ਬੇਇੱਜ਼ਤੀ ਮਹਿਸੂਸ ਕਰ ਰਹੇ ਸੀ, ਤਾਂ ਅੱਕਿਆ ਹੋਇਆ ਉਹ ਵੀ ਕਦਰਾਂ ਕੀਮਤਾਂ ਦਾ ਕਤਲ ਕਰ ਬੈਠਦਾ ਹੈ। ਇਸ ਦੇ ਕੁਝ ਅਭਿਆਸ ਦੇ ਪ੍ਰਸ਼ਨ ਹਨ। ਆਪਣਾ ਆਪਣਾ ਹਿੱਸਾ ਕਹਾਣੀ ਵਿਚਲਾ ਬਿਰਤਾਂਤ ਪਰਿਵਾਰਿਕ ਜੀਵਨ ਵਿੱਚ ਵਾਪਰੀ ਕਿਸ ਅਹਿਮ ਘਟਨਾ ਨੂੰ ਪੇਸ਼ ਕਰ ਰਿਹਾ ਹੈ? ਇਸ ਕਹਾਣੀ ਵਿੱਚ ਬਿਰਤਾਂਤ ਆਧੁਨਿਕ ਯੁੱਗ ਨੂੰ ਵਿੱਚ ਸੰਯੁਕਤ ਪਰਿਵਾਰਾਂ ਦੇ ਟੁੱਟਣ ਅਤੇ ਭਰਾਵਾਂ ਦੇ ਆਰਥਿਕ ਨਾ ਬਰਾਬਰੀ ਪੈਦਾ ਹੋਣ ਦੇ ਰਿਸ਼ਤਿਆਂ ਦੀ ਕਦਰਾਂ ਕੀਮਤਾਂ ਦੇ ਢਹਿ ਢੇਰੀ ਹੋਣ ਦੀ ਅਹਿਮ ਘਟਨਾ ਨੂੰ ਪੇਸ਼ ਕਰ ਰਿਹਾ ਹੈ, ਕਿਉਂਕਿ ਉਸਦੇ ਭਰਾ ਉਸਦੀ ਰਤੇ ਵੀ ਇੱਜ਼ਤ ਨਹੀਂ ਕਰਦੇ। ਰਿਸ਼ਤੇਦਾਰਾਂ ਸਾਹਮਣੇ ਵੀ ਇਹ ਦਿਖਾਇਆ ਜਾਂਦਾ ਕਿ ਉਹ ਗਰੀਬ ਹੈ, ਅਸੀਂ ਉਸ ਤੋਂ ਜ਼ਮੀਨ ਦਾ ਕੁਝ ਵੀ ਨਹੀਂ ਲੈ ਰਹੇ। ਇਸ ਪ੍ਰਕਾਰ ਇਸ ਕਹਾਣੀ ਦੇ ਬਿਰਤਾਂਤ ਅੱਜ ਦੇ ਯੁੱਗ ਵਿੱਚ ਜੋ ਸੰਯੁਕਤ ਪਰਿਵਾਰ ਹਨ ਉਹ ਕਿਸ ਤਰ੍ਹਾਂ ਟੁੱਟ ਰਹੇ ਹਨ, ਭਰਾਵਾਂ ਵਿੱਚ ਆਪਸ ਵਿੱਚ ਕਿਸ ਤਰ੍ਹਾਂ ਬਟਵਾਰੇ ਹੋ ਰਹੇ ਹਨ, ਕਿਵੇਂ ਝਗੜੇ ਵੱਧਦੇ ਜਾ ਰਹੇ ਹਨ ਅਤੇ ਕਿਵੇਂ ਬੁੱਢਾ ਅਤੇ ਬੁੱਢੇ ਦੇ ਫੁੱਲਾਂ ਦੀਆਂ ਗੱਲਾਂ ਹੋ ਰਹੀਆਂ ਹਨ ਕਿ ਗੰਗਾ ਉਸ ਨੂੰ ਕਿਸ ਤਰ੍ਹਾਂ ਬਹਾ ਕੇ ਆਉਣਾ ਹੈ ਅਤੇ ਉਸ ਵਿੱਚ ਵੀ ਹਿੱਸੇ ਦੀ ਵੰਡ ਕੀਤੀ ਜਾ ਰਹੀ ਹੈ। ਪ੍ਰਸ਼ਨ 2 ਹੈ, ਸਵਰਨ ਸਿੰਘ ਦੀ ਮਾਲੀ ਹਾਲਤ ਕਿਹੋ ਜਿਹੀ ਸੀ? ਸਵਰਨ ਸਿੰਘ ਓਵਰਸੀਅਰ ਲੱਗਾ ਹੋਇਆ ਸੀ ਅਤੇ ਉਸ ਦੀ ਮਾਲੀ ਹਾਲਤ ਬਹੁਤ ਚੰਗੀ ਸੀ। ਉਸ ਦੀ ਕਮਾਈ ਚੰਗੀ ਸੀ ਅਤੇ ਸ਼ਹਿਰ ਵਿੱਚੋਂ ਕੋਠੀ ਪਾ ਕੇ ਰਹਿ ਰਿਹਾ ਸੀ। ਉਸ ਦੀ ਇੱਕੋ ਇੱਕ ਧੀ
ਚੰਗੇ ਘਰ ਵਿੱਚ ਵਿਆਹੀ ਹੋਈ ਸੀ ਅਤੇ ਉਸ ਦੇ ਦੋਵੇਂ ਮੁੰਡਿਆਂ ਚੰਗੀਆਂ ਨੌਕਰੀਆਂ ਉੱਤੇ ਲੱਗੇ ਹੋਏ ਸਨ। ਉਸ ਦੇ ਵੱਡੇ ਲੋਕਾਂ ਨਾਲ ਲੈਣ ਦੇਣ ਅਤੇ ਮਿਲਵਰਤਨ ਸੀ। ਪ੍ਰਸ਼ਨ 3 ਹੈ, ਧਰਮ ਸਿੰਘ ਦਾ ਨਾਂ ਕੁੱਦੂ ਕਿਵੇਂ ਪੈ ਗਿਆ? ਧਰਮ ਸਿੰਘ ਨੂੰ ਘਰ ਵਿੱਚ ਕੁੱਦੂ ਕਹਿ ਕੇ ਬੁਲਾਉਂਦੇ ਸਨ, ਪਰ ਉਹ ਨਾ ਵਧੀਆ ਭਲਵਾਨ ਬਣ ਸਕਿਆ ਅਤੇ ਨਾ ਆਰਥਿਕ ਤੌਰ 'ਤੇ ਉੱਚਾ ਉੱਠ ਸਕਿਆ, ਸਗੋਂ ਭਰਾਵਾਂ ਵੱਲੋਂ ਉਸਨੂੰ ਬੇਇੱਜ਼ਤੀ ਅਤੇ ਜ਼ਿਲਤ ਦਾ ਸਾਹਮਣਾ ਹੀ ਕਰਨਾ ਪੈਂਦਾ ਸੀ। ਇਸ ਕਰਕੇ ਭਲਵਾਨੀ ਜਾਂ ਮਾਇਆ ਦੀ ਪ੍ਰਾਪਤੀ ਨਾ ਹੋਣ ਕਰਕੇ ਧਰਮ ਸਿੰਘ ਪ੍ਰਚਲਿਤ ਨਾ ਹੋਇਆ, ਸਗੋਂ ਕੁੱਦੂ ਦੇ ਨਾਮ ਨਾਲ ਹੀ ਉਹ ਪ੍ਰਚਲਿਤ ਹੋ ਗਿਆ। ਇਸ ਦੇ ਕੁਝ ਅਤੀ ਛੋਟੇ ਉੱਤਰ ਵਾਲੇ ਪ੍ਰਸ਼ਨ ਹਨ। ਵਰਿਆਮ ਸਿੰਘ ਸੰਧੂ ਦੀ ਲਿਖੀ ਹੋਈ ਕਹਾਣੀ ਆਪਣਾ ਆਪਣਾ ਹਿੱਸਾ। ਇਸ ਦੇ ਪਾਤਰ ਹਨ ਕੁੱਦੂ, ਧਰਮਾ, ਬਚਨੋ, ਸਵਰਨ ਸਿੰਘ, ਕਰਮ ਸਿੰਘ ਅਤੇ ਰਤਨੀ। ਪ੍ਰਸ਼ਨ 3 ਹੈ, ਪਰਿਵਾਰ ਸਾਹਮਣੇ ਕਿਹੜੇ ਕਿਹੜੇ ਕੰਮ ਕਰਨ ਵਾਲੇ ਸਨ? ਮਾਂ ਦਾ ਇਕੱਠ ਕਰਨਾ ਅਤੇ ਫੁੱਲ ਹਰਿਦੁਆਰ ਪਾਉਣੇ। ਸਵਰਨ ਸਿੰਘ ਦੇ ਕਿੰਨੇ ਬੱਚੇ ਸਨ ਅਤੇ ਕੀ ਕਰਦੇ ਸਨ? 3 ਬੱਚੇ ਸਨ। ਧੀ ਚੰਗੇ ਘਰ ਵਿਆਹੀ ਹੋਈ ਸੀ। ਦੋਵੇਂ ਪੁੱਤਰ ਚੰਗੀਆਂ ਨੌਕਰੀਆਂ ਉੱਤੇ ਲੱਗੇ ਹੋਏ ਸਨ। ਕਰਮ ਸਿੰਘ ਪੜ੍ਹਨ ਨੂੰ ਕਿਹੋ ਜਿਹਾ ਸੀ? ਪੜ੍ਹਾਈ ਵੱਲੋਂ ਲਾਪਰਵਾਹ, ਪਰੰਤੂ ਸ਼ਰਾਰਤਾਂ ਵਿੱਚ ਨੰਬਰ 1 ਸੀ ਉਹ। ਪ੍ਰਸ਼ਨ 6 ਹੈ, ਕਰਮ ਸਿੰਘ ਨੇ ਕਿਹੜਾ ਕਿੱਤਾ ਅਪਣਾਇਆ ਸੀ? ਉਹ ਪਾਂਡੀ ਬਣ ਕੇ ਸਮਗਲਿੰਗ ਦਾ ਮਾਲ ਢੋਣ ਲੱਗ ਪਿਆ ਸੀ ਅਤੇ ਬਾਅਦ ਵਿੱਚ ਥੋੜ੍ਹਾ ਬਹੁਤ ਹਿੱਸਾ ਪਾ ਕੇ ਚੰਗਾ ਪੈਸਾ ਕਮਾ ਕੇ ਚੰਗੇ ਘਰ ਵਿੱਚ ਰਹਿਣ ਲੱਗ ਪਿਆ ਸੀ। ਸਵਰਨ ਸਿੰਘ ਅਤੇ ਕਰਮ ਸਿੰਘ ਦਾ ਕੁੱਦੂ ਪ੍ਰਤੀ ਕੀ ਰਵੱਈਆ ਸੀ? ਮੋਹ, ਪਿਆਰਹੀਨ, ਅਕ੍ਰਿਤਘਨਤਾ ਅਤੇ ਅਪਮਾਨ ਭਰਿਆ ਸੀ। ਉਸ ਨੂੰ ਹਮੇਸ਼ਾ ਉਹ ਨੀਚਾ ਹੀ ਦਿਖਾਉਂਦੇ ਰਹਿੰਦੇ ਸਨ। ਮਾਂ ਕੁੱਦੂ ਬਾਰੇ ਕੀ ਕਹਿੰਦੀ ਸੀ? ਕਿ ਉਹ ਉਸ ਦਾ ਲੋਲੜ ਅਤੇ ਭੋਲਾ ਭਾਲਾ ਪੁੱਤ ਹੈ, ਜਦ ਕਿ ਦੂਜੇ ਕਾਂਟੇ ਹਨ। ਪ੍ਰਸ਼ਨ 9 ਹੈ, ਕਰਮ ਸਿੰਘ ਨੇ ਵਿਸ਼ਨ ਸਿੰਘ ਨੂੰ ਮਾਂ ਦੇ ਇਕੱਠ ਬਾਰੇ ਕੀ ਕਿਹਾ? ਕਰਮ ਸਿੰਘ ਨੇ ਕਿਹਾ ਕਿ ਉਹਨਾਂ ਦੀ ਮਾਂ ਦੋਹਤਿਆਂ ਪੋਤਿਆਂ ਵਾਲੀ ਸੀ ਅਤੇ ਲੰਬੀ ਉਮਰ ਭੋਗਤ ਕੇ ਮਰੀ ਹੈ, ਇਸ ਕਰਕੇ ਉਹਨਾਂ ਨੂੰ ਉਸ ਦਾ ਗੱਜ ਵੱਜ ਕੇ ਇਕੱਠ ਕਰਨਾ ਚਾਹੀਦਾ ਹੈ। ਕੁੱਦੂ ਨੂੰ ਬਚਨੋਂ 'ਤੇ ਗੁੱਸਾ ਕਿਉਂ ਆਉਂਦਾ ਹੈ? ਉਸ ਨੂੰ ਦੂਜੇ ਭਰਾਵਾਂ ਦੀ ਹਮਾਇਤ 'ਤੇ ਆਪਣਾ ਵਿਰੋਧ ਕਰਦਿਆਂ ਦੇਖ ਕੇ ਉਸ ਨੂੰ ਵੀ ਗੁੱਸਾ ਆ ਜਾਂਦੀ ਕਿ ਦੋਨੇ ਭਰਾਵਾਂ ਦੇ ਹੱਕ ਵਿੱਚ ਬੋਲ ਰਹੀ ਹੈ, ਪਰ ਮੇਰਾ ਹਰ ਗੱਲ ਉੱਤਰ ਵਿਰੋਧ ਕਰ ਰਹੀ ਹੈ। 11ਵਾਂ ਪ੍ਰਸ਼ਨ ਹੈ, ਅੰਤਮ। ਕੁੱਦਾ ਭਰਾਵਾਂ ਦੇ ਭੈਣ ਦੇ ਰਵੱਈਏ ਤੋਂ ਤੰਗ ਆ ਕੇ ਅੰਤ ਵਿੱਚ ਕੀ ਕਹਿੰਦਾ ਹੈ? ਉਹ ਉਸ ਦੇ ਤੀਜੇ ਹਿੱਸੇ ਦੇ ਫੁੱਲ ਲਿਆ ਕੇ ਕਿੱਲੀ ਉੱਤੇ ਟੰਗਣ ਲਈ ਕਹਿੰਦਾ ਹੈ। ਜਦੋਂ ਉਸ ਵਿੱਚ ਹਿੰਮਤ ਹੋਏਗੀ ਤਾਂ ਉਸ ਨੂੰ ਤਰ ਆਵੇਗਾ। ਇਸ ਦੇ ਕੁਝ ਬਹੁ ਵਿਕਲਪੀ ਪ੍ਰਸ਼ਨ ਹਨ ਬੱਚੋ, ਜੋ ਕਿ ਤੁਸੀਂ ਖੁਦ ਹੀ ਪੜ੍ਹਨੇ ਹਨ। ਤਾਂ ਇਸ ਕਹਾਣੀ ਵਿੱਚ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਆਪਣਾ ਆਪਣਾ ਹਿੱਸਾ ਤਿੰਨੇ ਭਰਾ ਆਪਸ ਵਿੱਚ ਵੰਡ ਰਹੇ ਹਨ ਅਤੇ ਭੈਣ ਵੀ ਆਪਣੇ ਹਿੱਸੇ ਲਈ ਉਹਨਾਂ ਨੂੰ ਵਾਰ-ਵਾਰ ਕਹਿ ਵੀ ਰਹੀ ਹੈ ਕਿ ਅੱਜ ਕੱਲ੍ਹ ਭੈਣਾਂ ਹਿੱਸਾ ਮੰਗਦੀਆਂ ਹਨ, ਪਰ ਮੈਂ ਹਿੱਸਾ ਤੇਰੇ ਤੋਂ ਨਹੀਂ ਮੰਗ ਰਹੀ, ਪਰ ਉਸ ਉੱਤਰ ਵਿਅੰਗ ਵੀ ਕੱਸ ਰਹੀ ਅਤੇ ਕਿਸ ਤਰ੍ਹਾਂ ਅੱਜ ਪਰਿਵਾਰ ਇਹਨਾਂ ਕਰਕੇ ਟੁੱਟ ਰਹੇ ਹਨ। ਬੱਚੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਅੱਗੇ ਆਉਣ ਵਾਲੀ ਵੀਡੀਓ ਤੁਹਾਨੂੰ ਮਿਲ ਸਕਣ। ਧੰਨਵਾਦ।